second part of 11th lesson biotechnology. So we have studied the basic requirements for biotechnology. Now we will study the conceptual development of principles of genetic engineering. You probably appreciate the advantage of sexual reproduction over asexual reproduction. ਇਹਦੇ ਵਿੱਚ ਹੈ ਕਿ ਜਿਹੜੀ ਸੈਕਸ਼ੂਅਲ ਰਿਪਰੋਡਕਸ਼ਨ ਹੈ ਉਹਦੀਆਂ ਜ਼ਿਆਦਾ ਐਡਵਾਂਟੇਜਸ ਹੈ ਐਸ ਕੰਪੇਅਰ ਟੂ asexual reproduction. ਜਿਹੜੀ ਸੈਕਸ਼ੂਅਲ ਰਿਪਰੋਡਕਸ਼ਨ ਹੈ ਇਟ ਪ੍ਰੋਵਾਈਡਸ ਓਪਰਚੁਨਿਟੀਜ਼ ਫॉर ਵੇਰੀਏਸ਼ਨਸ. ਇਹਦੇ ਵਿੱਚ ਵੇਰੀਏਸ਼ਨਸ ਹੁੰਦੀਆਂ ਔਰ ਯੂਨੀਕ ਕੰਬੀਨੇਸ਼ਨਸ ਆਫ ਜੈਨੇਟਿਕ ਸੈਟਅਪ. ਇਸ ਦਾ ਮਤਲਬ ਹੈ ਕਿ ਇਹਦੇ ਵਿੱਚ ਜਿਹੜੀ ਰੀਕੰਬੀਨੇਸ਼ਨ ਵੀ ਹੁੰਦੀ ਆ ਔਰ ਇੰਡੀਪੈਂਡੈਂਟ ਅਸੋਰਟਮੈਂਟ ਵੀ ਹੁੰਦੀ ਹੈ ਜਿਹਦੇ ਕਾਰਨ ਵੇਰੀਏਸ਼ਨਸ ਹੁੰਦੀਆਂ in case of sexual reproduction. It is more beneficial as compared to asexual reproduction. Due to sexual reproduction, gametes have unique combination of chromosomes. So here but asexual reproduction preserves the genetic information while sexual reproduction permits variation. लेकिन asexual reproduction which variations नहीं होंदियां. The offsprings are similar to their parents, but in case of sexual reproduction there is variations. So ਜਿਹੜੀਆਂ ਪਹਿਲਾਂ hybridization methods ਹੁੰਦੇ ਆ like we have studied in plants and animals, ਇਹਦੇ ਵਿੱਚ ਵੀ ਵੇਰੀਏਸ਼ਨਸ ਹੁੰਦੀਆਂ ਬਟ ਇਹਦੇ ਵਿੱਚ ਓਨਲੀ ਦ ਡਿਜ਼ਾਇਰਡ ਕੈਰੈਕਟਰਸ ਨਹੀਂ ਮਿਲਦੇ, ਅਨਡਿਜ਼ਾਇਰਡ ਕੈਰੈਕਟਰਸ ਵੀ ਨਾਲ ਹੀ ਮਿਲਦੇ ਆ. ਫੋਰ ਐਗਜ਼ਾਮਪਲ ਜੀ ਸਾਡੇ ਕੋਲ ਇੱਕ ਏ ਪਲਾਂਟ ਹੈ, ਇੱਕ ਬੀ ਪਲਾਂਟ ਹੈ, ਦਿਸ ਆਰ ਦ ਟੂ ਪਲਾਂਟਸ. ਔਰ ਏ ਪਲਾਂਟ ਹੈ ਜੇ ਇਹ ਡਿਜ਼ੀਜ਼ ਰੈਜ਼ਿਸਟੈਂਟ ਹੈ ਔਰ ਬੀ ਪਲਾਂਟ ਜਿਹੜਾ ਹੈ ਹਾਈ ਫਰੂਟ ਪ੍ਰੋਡਕਸ਼ਨ ਹੈ. ਜਦੋਂ ਅਸੀਂ ਦੋਨਾਂ ਦੀ ਕ੍ਰੋਸਿੰਗ ਕਰਦੇ ਹਾਂ ਉਹਨਾਂ ਦੇ ਵਿੱਚ ਕ੍ਰੋਸਿੰਗ ਕਰਵਾਉਣ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜਾ ਸੀ ਪਲਾਂਟ ਬਣੇਗਾ ਉਹਦੇ ਵਿੱਚ ਦੋਨੋਂ ਪੇਰੈਂਟਸ ਦੇ ਕੈਰੈਕਟਰਸ ਹੋਣਗੇ. ਦੈਟ ਮੀਨਸ ਕਿ ਉਹਦੇ ਵਿੱਚ ਜਿਹੜੀਆਂ ਡਿਜ਼ੀਜ਼ ਰੈਜ਼ਿਸਟੈਂਟ ਜੀਨਸ ਆਫ ਦੀ ਏ ਐਂਡ ਬੀ ਦੇ ਜਿਹੜੇ ਹੈ ਦੈਟ ਇਜ਼ ਦ ਹਾਈ ਫਰੂਟ ਪ੍ਰੋਡਕਸ਼ਨ, ਉਹ ਦੋਨੋਂ ਕੈਰੈਕਟਰਸ ਹੈ. ਦਿਸ ਪ੍ਰੋਸੈਸ ਇਜ਼ ਨੋਨ ਐਜ਼ ਹਾਈਬ੍ਰਿਡਾਈਜੇਸ਼ਨ. ਸੋ ਜੀਨਸ ਨੂੰ ਡਿਜ਼ਾਇਰਡ ਜੀਨਸ ਕਿਹਾ ਜਾਂਦਾ ਹੈ. ਹੇਅਰ ਹਾਈਬ੍ਰਿਡ ਪਲਾਂਟ ਜਿਹੜਾ ਬਣੇਗਾ ਹੈਜ਼ ਡਿਜ਼ਾਇਰਡ ਐਸ ਵੈਲ ਐਸ ਅਨਡਿਜ਼ਾਇਰਡ ਜੀਨਸ. ਉਹਨਾਂ ਦੇ ਵਿੱਚ ਜਿਹੜੀਆਂ ਦੋਨੋਂ ਤਰ੍ਹਾਂ ਦੀਆਂ ਜੀਨਸ ਆਉਣਗੀਆਂ ਸੀ ਦੇ ਵਿੱਚ. ਜਿਹੜੇ ਕੈਰੈਕਟਰਸ ਅਸੀਂ ਚਾਹੁੰਦੇ ਹਾਂ ਉਹ ਤਾਂ ਆਉਣਗੇ ਹੀ ਬਟ ਬਿਸਾਈਡਸ ਦੈਟ ਇਹਦੇ ਵਿੱਚ ਜਿਹੜੀਆਂ ਅਨਡਿਜ਼ਾਇਰਡ ਜੀਨਸ ਹੈ ਦੈਟ ਵਿਲ ਆਲਸੋ ਬੀ ਦੇਅਰ. So techniques of biotechnology is used to remove undesirable genes. So ਇਹਦੇ ਵਿੱਚ ਜਿਹੜੀਆਂ ਟੈਕਨੀਕਸ ਅਸੀਂ ਬਾਇਓਟੈਕਨੋਲੋਜੀ ਦੀਆਂ ਯੂਜ਼ ਕਰ ਰਹੇ ਹਾਂ ਜੈਨੇਟਿਕ ਇੰਜੀਨੀਅਰਿੰਗ, ਇਹਦੇ ਰਾਹੀਂ ਓਨਲੀ ਜਿਹੜੇ ਯੂਜ਼ਫੁਲ ਜੀਨਸ ਹੈ ਦੈਟ ਉਹ ਦ ਡਿਜ਼ਾਇਰਡ ਜੀਨਸ that will be passed to the progeny to overcome limitations. ਇਹ ਲਿਮਿਟੇਸ਼ਨਸ ਜਿਹੜੀਆਂ ਹਾਈਬ੍ਰਿਡਾਈਜੇਸ਼ਨ ਦੀਆਂ ਹੈ ਇਹਨਾਂ ਨੂੰ ਰਿਮੂਵ ਕਰਨ ਲਈ ਹੀ ਬਾਇਓਟੈਕਨੋਲੋਜੀ ਔਰ ਜੈਨੇਟਿਕ ਇੰਜੀਨੀਅਰਿੰਗ ਯੂਜ਼ ਕੀਤੀ ਜਾਂਦੀ ਹੈ. ਨਾਓ only desirable genes are transferred and undesirable genes are not allowed to transfer. ਕਿਹੜੇ ਮੈਥਡਸ ਆਣਗੇ ਇਹਦੇ ਵਿੱਚ? ਦਿਸ ਇਜ਼ ਇਸ ਪ੍ਰੋਸੈਸ ਟੈਕਨੀਕਸ ਫॉर ਜੈਨੇਟਿਕ ਇੰਜੀਨੀਅਰਿੰਗ ਆਰ ਰੀਕੰਬੀਨੈਂਟ DNA, ਜੀਨ ਕਲੋਨਿੰਗ ਅਤੇ ਜੀਨ ਟ੍ਰਾਂਸਫਰ. ਸੋ ਇਹ ਅਸੀਂ ਤਿੰਨੋਂ ਹੁਣ ਸਟੱਡੀ ਕਰਾਂਗੇ. Here, do you know the likely fate of a piece of DNA which is somewhat transferred to the alien organism? ਜੇ ਅਸੀਂ ਇੱਕ ਪੀਸ DNA ਦਾ ਲੈ ਕੇ ਉਹਨੂੰ ਟ੍ਰਾਂਸਫਰ ਕਰਦੇ ਹਾਂ ਲਿਵਿੰਗ ਔਰਗਨਿਜ਼ਮਸ ਦੇ ਵਿੱਚ ਅਤੇ ਉਹ ਪੀਸ ਜਿਹੜਾ DNA ਦਾ ਇਟ ਵਿਲ ਨਾਟ ਏਬਲ ਟੂ ਮਲਟੀਪਲਾਈ ਇਟ ਸੈਲਫ ਇਨ ਦੀ ਔਰਗਨਿਜ਼ਮ. ਬਟ ਜੇਕਰ ਉਹੀ ਪੀਸ ਨੂੰ ਅਸੀਂ ਕਿਸੇ ਇੰਟੀਗ੍ਰੇਟ ਕਰ ਦਈਏ ਇਨਟੂ ਦ genetic material of the recipient, it can be multiplied and inherited along with the host DNA. So this is because ਜਿਹੜਾ alien piece ਹੈ DNA ਦਾ has become a part of a chromosome. ਉਸਦੇ ਪਾਰਟ chromosome ਦਾ ਪਾਰਟ ਬਣ ਗਿਆ which has the ability to replicate. Let me explain this in details. So here ਸਪੋਜ਼ ਕਿ ਜੇ ਅਸੀਂ ਸਿਰਫ ਦਿਸ ਇਜ਼ ਹੋਸਟ ਹੈ
ਇਹਦੇ 'ਚ ਜੇ ਅਸੀਂ ਕੋਈ ਜੀਨ ਡਾਇਰੈਕਟਲੀ ਪਾਉਂਦੇ ਹਾਂ ਜਾਂ ਪੀਸ ਆਫ DNA ਡਾਇਰੈਕਟਲੀ ਇੰਟਰੋਡਿਊਸ ਕਰਦੇ ਹਾਂ, ਇਟ ਕੈਨ ਨਾਟ ਰੈਪਲੀਕੇਟ ਇਨਸਾਈਡ ਦਾ ਬੋਡੀ ਆਫ ਦਾ ਹੋਸਟ। ਸੋ ਬਟ ਜੇ ਅਸੀਂ ਇਹਨੂੰ ਇਹਦੇ ਕ੍ਰੋਮੋਸੋਮ ਦੇ ਨਾਲ ਜਾਂ ਪਲਾਸਮਿਡ ਜਿਹੜਾ ਐਕਸਟਰਾ ਕ੍ਰੋਮੋਸੋਮਲ DNA ਹੈ ਉਹਦੇ ਨਾਲ ਇਹਨੂੰ ਇੰਟੀਗ੍ਰੇਟ ਕਰਦੇ ਹਾਂ, then it is able to multiply in the host cell. It will have the ability to replicate. In chromosomes there is a specific ਇੱਕ DNA sequence ਹੁੰਦੀ ਹੈ, that is origin of replication, which is responsible for initiating replication. ਤੇ ਜਿਹੜੇ chromosomes ਹੈ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਲੋਕੇਸ਼ਨ ਹੈ, that is known as origin of replication। ਇੱਕ ਇਹ sequence ਹੈ ਜਾਂ ਇੱਕ ਇਹ specific DNA sequence ਹੈ ਜਿਹੜੀ that is responsible for replication। Alien piece of DNA is inserted into the organism host. It replicates due to the presence of this origin of replication, ਜਾਂ ਇਹਨੂੰ ਅਸੀਂ ORI ਵੀ ਕਹਿੰਦੇ ਹਾਂ, origin of replication ਨੂੰ। In the chromosome, alien piece is linked to origin of replication, then it is able to multiply. It can only replicate in the presence of ORI if it is present in the chromosome, and without it there is no replication. Second word है इत्थे this gene cloning। Gene cloning means कि उदी multiple copies है जड़ियाँ ਉਹ ਤਿਆਰ ਕਰਨੀ ਹੈ। ਸੋ ਦੈਨ ਦੇਰ ਇਜ਼ ਜੀਨ ਟ੍ਰਾਂਸਫਰ, ਜਦੋਂ ਅਸੀਂ ਰੀਕੋਂਬੀਨੈਂਟ DNA ਬਣਾ ਲੈਂਦੇ ਹਾਂ ਜਿਹਦੇ ਵਿੱਚ ਡਿਜ਼ਾਇਰਡ ਸਾਡੇ ਜੀਨ ਹੈ, that is transferred to the host. That process is known as gene transfer. ਸੋ ਇਹ ਤਿੰਨ ਪ੍ਰੋਸੈਸਿਸ ਹੈ ਜਿਸ ਦੇ ਨਾਲ ਜਿਹੜੀ ਇਹ ਬਾਇਓ technology or genetic engineering is carried out. Now let us take an example to understand this. So here ਜੇ ਅਸੀਂ ਇੱਕ suppose ਇਹ humans ਹੈ, in human ਇਹਦੀ ਆਪਾਂ ਇੱਕ ਡਿਜ਼ਾਇਰਡ ਜੀਨ ਲੈ ਲਈ this or break down it with restriction enzymes EcoR1 ਉਹਦੇ ਨਾਲ ਜਿਹੜੀਆਂ ਇਹ ਸਾਰੀਆਂ ਸੈਪਰੇਟ ਹੋ ਜਾਣਗੀਆਂ ਔਰ ਜਿਹੜੀ ਡਿਜ਼ਾਇਰਡ ਜੀਨ ਹੈ ਵੀ ਹੈਵ ਸਿਲੈਕਟਡ। ਉਸ ਤੋਂ ਬਾਅਦ ਅਸੀਂ ਬੈਕਟੀਰੀਆ ਤੋਂ ਪਲਾਸਮਿਡ ਇਸ ਤਰ੍ਹਾਂ ਹੈ, ਸਰਕੂਲਰ DNA, ਐਕਸਟਰਾ ਕ੍ਰੋਮੋਸੋਮਲ DNA ਜਾਂ ਸਰਕੂਲਰ DNA, ਔਰ ਇਹਨੂੰ ਵੈਕਟਰ ਵੀ ਕਹਿ ਸਕਦੇ ਹਾਂ ਬਿਕੋਜ਼ ਇਹਨੂੰ ਕੈਰੀ ਕਰਨੀ ਹੈ ਜੀਨ। ਸੋ ਪਲਾਸਮਿਡ ਇਜ਼ ਕੱਟ ਬਾਏ ਸੇਮ ਐਂਜ਼ਾਈਮ ਯੂਜ਼ ਕਰਨੀ ਹੈ EcoR1 ਜਿਹੜੀ ਅਸੀਂ ਇੱਥੇ ਇਹਨੂੰ DNA ਬ੍ਰੇਕਡਾਊਨ ਨੂੰ ਯੂਜ਼ ਕੀਤੀ। ਜਿਹੜੀ ਡਿਜ਼ਾਇਰਡ ਜੀਨ ਹੈ it is inserted in the plasmid. So this plasmid ਜਿਹੜਾ ਹੈ it contains the desired gene ਔਰ ਇਹਨੂੰ ਜੁਆਇਨ ਕੀਤਾ ਜਾਂਦਾ ਹੈ by means of DNA ligase ਔਰ ਇਸ DNA ਨੂੰ ਆਪਾਂ ਕਹਾਂਗੇ ਰੀਕੋਂਬੀਨੈਂਟ DNA, chimeric DNA or hybrid DNA, recombinant DNA with the desired gene. Now this rDNA ਇਹਨੂੰ ਅਸੀਂ ਟ੍ਰਾਂਸਫਰ ਕਰਦੇ ਹਾਂ E. coli ਦੇ ਵਿੱਚ। that means plasmid plus the gene, desired gene, it is transferred again into the E. coli। ਇਸ process ਨੂੰ ਅਸੀਂ ਕਹਾਂਗੇ gene transfer। Now here in E. coli it will start replicating ਔਰ ਇਸ ਤੋਂ ਦੋ ਜਿਹੜੇ ਤੁਹਾਡੇ ਕੋਲ
ਅੱਗੇ ਡਿਵੀਜ਼ਨ ਹੋਣ ਤੋਂ ਬਾਅਦ ਜਿਹੜੇ ਪਲਾਸਮੇਟਸ ਹੈ ਦੈਟ ਵਿਲ ਆਲਸੋ ਮਲਟੀਪਲਾਈ। ਸੋ ਜਿਹੜੀ ਸਾਡੀ ਜੀਨ ਆਫ ਇੰਟਰਸਟ ਹੈ ਦੈਟ ਹੈਜ਼ ਬੀਨ ਮਲਟੀਪਲਾਈਡ। 2 ਤੋਂ ਫਿਰ ਅੱਗੇ 4 ਦੀ 2 ਤੋਂ ਬਾਅਦ ਫਿਰ ਨੈਕਸਟ ਅਗਲੀ ਜਿਹੜੀ ਫੋਰਮੇਸ਼ਨ ਹੋ ਗਈ। ਇਸ ਤਰ੍ਹਾਂ ਜੀਨਸ ਜਿਹੜੀਆਂ ਸਾਡੀ ਡਿਜ਼ਾਇਰਡ ਜੀਨ ਹੈ ਦੈਟ ਇਜ਼ ਬੀਇੰਗ ਮਲਟੀਪਲਾਈਡ ਮੈਨੀ ਟਾਈਮਸ, ਅਤੇ ਇਸ ਨੂੰ ਅਸੀਂ ਕਹਿੰਦੇ ਹਾਂ ਜੀਨ ਕਲੋਨਿੰਗ।